अपने इत्थे टोरंटो इलाके दे विच लगातार हर वीकेंड ते प्रोटेस्ट हो रहे हैं। एक तरह दियां किसानां दे सपोर्ट दे विच रैलियां कड्ढियां जा रही हैं और बड़ी अच्छी गल है। लोकां दे विच बड़ा उत्साह भी है, जोश है इस गल नूं लैके कि भारत दे विच जिहड़े किसान बहुत वड्डी लड़ाई लड़ रहे हैं अपने 3 बिल्लां नूं वापस करवाउण दे वास्ते, एग्रीकल्चर बिल्लां नूं, उन्हां दी सपोर्ट कीती जावे। कल बड़ी वड्डी रैली हुई सी जिहड़ी माल्टन तो शुरू हो के कौंसल जनरल के दफ्तर तक पहुँची। अज इस तरह ही आप मुहारे कुछ दोस्त इकट्ठे हुए, किसी बैनर थले नहीं सी, पर इन्हों के मन में भी आया कि क्यों ना होवे ब्रैम्पटन दे विच एक होर रैली का, होर प्रोटेस्ट का आयोजन किया जाए। सो शाहपुर के इलाके दे विच हाईवे 10 और स्टील के कॉर्नर वाले प्लाजे दे विच अज कुछ लोग इकट्ठे हुए और उन्होंने भी अपो अपने तरीके दे नाल लड़ रहे, संघर्ष कर रहे किसानों के हक में आवाज़ उठाई, उन्होंने समर्थन दे विच इकट्ठ किया। और देखते हैं ये रिपोर्ट। भारत के दिल्ली शहर की सरहद उपर किसानों के शांतमई अंदोलन की हमायत विच कैनेडा के शहर ब्रैम्पटन स्थित स्टील्स एवेन्यू ते हाईवे 10 ते पैंदे टर्मिनल के सामने पंजाबियों ने भारत की केंद्र सरकार खिलाफ जलसा किया। जलसे विच भारत सरकार के किसानों लिए बनाए 3 खेती कानून रद्द करने के अड़ियल व्यवहार की सख्त शब्दों में निंदा की गई। इस समागम को आयोजित करने वाले गुरप्रीत सिंह मान ने इस मौके पर बोलदਿਆਂ कहा कि किसान भारतीयों का अन्नदाता है। भारत सरकार ने खेती नाल संबंधित जो 3 कानून बनाए हैं उन्हां दा किसानां नूं कोई लाभ नहीं, सगों नवे कानून किसानां दी आर्थिकता नूं तबाह कर देणगे। जो भारत सरकार साडे नाल कर रही आ, किसानी दे नाल कर रही आ, ਇਹ किसानी ਦਾ मुद्दा, एक ਸਾਂਝਾ मुद्दा ਸਾਰਿਆਂ ਦਾ, ਕਿਸੇ ਸੰਸਥਾ ਦਾ ਮੁੱਦਾ ਨਹੀਂਗਾ ਤੇ ਹਰ ਇੱਕ ਨੇ ਆਪੋ ਆਪਣਾ ਫਰਜ਼ ਸਮਝਦੇ ਹੋਇਆ। ਤੁਸੀਂ ਦੇਖ ਹੀ ਲਿਆ ਜੀ ਪਿੱਛੇ ਜਿਹੜਾ ਇਕੱਠ ਹੈਗਾ ਉਹ ਪੂਰਾ ਛਾਇਆ ਪਿਆ, ਕਿਉਂਕਿ ਜਿਹੜੀ ਭਾਰਤ ਦੀ ਕਿਸਾਨੀ ਆ ਉਸ ਤੇ ਬਿੱਲ ਆ ਜੋ ਭਾਰਤ ਦੀ ਮੋਦੀ ਸਰਕਾਰ ਨੇ ਥੋਪ ਦਿੱਤੇ ਆ ਔਰ ਕਿਸਾਨ ਇਹ ਨਹੀਂ ਚਾਹੁੰਦੇ ਕਿ ਜਿਹੜੇ ਇਹ ਬਿੱਲ ਆ ਉਹ ਸਾਡੇ ਲਈ ਲਾਹੇਵੰਦ ਆ। ਇਸ ਕਰਕੇ ਬਿੱਲ ਵਾਪਸ ਲੈਣ ਦੀ ਮੰਗ ਆ ਜਿਹੜੀ ਉਹ ਕੀਤੀ ਗਈ ਆ। ਸਾਰੇ ਤੁਸੀਂ ਦੇਖ ਸਕਦੇ ਆ ਕਿ ਦਿੱਲੀ ਦੇ ਵਿੱਚ ਜਿੱਥੇ ਆਪਣਾ ਕਿਸਾਨ ਪੰਜਾਬ ਤੋਂ, ਹਰਿਆਣਾ ਤੋਂ, ਹਿਮਾਚਲ ਤੋਂ, ਰਾਜਸਥਾਨ ਤੋਂ ਹੁਮ-ਹੁਮਾ ਕੇ ਪਹੁੰਚੇ ਵੇ ਆ, ਵਿਚਾਰੇ ਸੜਕਾਂ ਤੇ ਬੈਠੇ ਆ ਤੇ ਭਾਰਤੀ ਸਰਕਾਰ ਦੀਆਂ ਇਹ ਮਾਰੂ ਨੀਤੀਆਂ ਇਹ ਕਿਸਾਨ ਨੂੰ ਮਾਰਨ ਨੂੰ ਫਿਰਦੀਆਂ ਜੀ। ਤੇ ਅਸੀਂ ਉਮੀਦ ਕਰਦੇ ਆ ਕਿ ਤੁਹਾਡਾ ਮਾਧਿਅਮ ਦੇ ਰਾਹੀਂ ਵੀ ਇਹ ਜਿਹੜੀ ਆ ਇੱਥੋਂ ਦੇ ਸਾਡੇ ਟੋਰਾਂਟੋ ਦੇ, ਬਰੈਂਪਟਨ ਦੇ, ਕੈਨੇਡਾ ਦੇ ਲੋਕਾਂ ਦੀ ਆਵਾਜ਼ ਆ ਜਿਹੜੀ ਇਹ ਆਵਾਮ ਦੀ ਆਵਾਜ਼ ਉਹ ਸਰਕਾਰ ਤੱਕ ਪਹੁੰਚੂਗੀ ਤੇ ਉਮੀਦ ਕਰਦੇ ਆ ਜਿਹੜੇ ਬਿੱਲ ਆ ਇਹ ਵਾਪਸ ਲੈ ਜਾਣਗੇ। ਉੱਥੇ ਪਹੁੰਚੀਆਂ ਹਸਤੀਆਂ ਨੇ ਕਿਹਾ ਕਿ ਇਹ ਕਾਨੂੰਨ ਕਾਰਪੋਰੇਟ ਅਦਾਰਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਗਏ ਨੇ। ਭਾਰਤ ਸਰਕਾਰ ਗਲਤ ਪ੍ਰਚਾਰ ਕਰ ਰਹੀ ਹੈ ਕਿ ਇਹ ਕਿਸਾਨਾਂ ਦੀ ਆਮਦਨ ਵਧਾਉਣਗੇ, ਜਦੋਂ ਕਿਸਾਨ ਇਹ ਕਾਨੂੰਨ ਚਾਹੁੰਦੇ ਹੀ ਨਹੀਂ ਫਿਰ ਧੱਕੇ ਨਾਲ ਉਹਨਾਂ ਉੱਪਰ ਕਿਉਂ ਠੋਸੇ ਜਾ ਰਹੇ ਨੇ। ਉਹਨਾਂ ਅੱਗੋਂ ਕਿਹਾ ਕਿ ਕਿਸਾਨ ਟ੍ਰੇਡ ਨਹੀਂ ਕਰਦਾ, ਉਹ ਤਾਂ ਸਿਰਫ ਆਪਣੀ ਫਸਲ ਦੀ ਮਾਰਕੀਟਿੰਗ ਕਰਦਾ ਹੈ। ਜੇਕਰ ਇਹ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਪੰਜਾਬ ਵਿੱਚ ਬੇਰੋਜ਼ਗਾਰੀ ਵੱਧ ਜਾਵੇਗੀ, ਕਿਉਂਕਿ ਕਿਸਾਨੀ ਨਾਲ ਬਹੁਤ ਸਾਰੇ ਲੋਕਾਂ ਦਾ ਭਵਿੱਖ ਜੁੜਿਆ ਹੋਇਆ ਹੈ। ਕਿਸਾਨਾਂ ਲਈ ਜਿੰਦ ਮੌਤ ਦਾ ਸਵਾਲ है, इस करके कोरोना की महामारी विच भी दिल्ली की सड़कों पर बैठे हुए ने। इस मौके ते नाहर सिंह औजला, लखविंदर सिंह, राज चाहल, सुनन्ना कपिल, विक्रम पुट्टर और जसविंदर कालरा ने अपने विचार प्रगट करदਿਆਂ भारत की सरकार नूं चेतावनी दिंदਿਆਂ कहा कि जेकर कानून रद्द ना कीते तां भारत सरकार नूं इस दे नतीजे भुगतने पैणगे। कनेडा की जिहड़ी लिबरल सरकार है, प्राइम मिनिस्टर जस्टिन ट्रूडो साहब वालों भी सपोर्ट की गई है। ਇੱਥੇ ਦੀ ਨੈਸ਼ਨਲ ਫਾਰਮਰ ਯੂਨੀਅਨ ਵੱਲੋਂ ਵੀ, ਲੇਬਰ ਯੂਨੀਅਨਾਂ ਜਿੰਨੀਆਂ ਉਹ ਵੀ ਹੁਣ ਸਪੋਰਟ ਕਰ ਰਹੀਆਂ ਨੇ। ਸੋ ਇਹ ਮੂਵਮੈਂਟ ਹੈ ਜੀ ਪੂਰੇ ਇੰਟਰਨੈਸ਼ਨਲ ਪੱਧਰ ਤੇ ਫੈਲ ਚੁੱਕੀ ਹੈ। ਇਹਦੇ ਵਿੱਚ ਮੈਂ ਇੱਕ ਗੱਲ ਜਿਹੜੀ ਖਾਸ ਤੌਰ ਤੇ ਦੇਖਦਾ ਕਿ ਧਰਮਾਂ ਤੋਂ ਉੱਪਰ ਉੱਠ ਕੇ, ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਹੁਣ ਪੂਰੇ ਭਾਰਤ ਦੇ ਵਿੱਚ ਕਿੱਥੇ ਤਾਮਿਲਨਾਡੂ ਹੈ, ਕਿੱਥੇ ਮਹਾਰਾਸ਼ਟਰ ਹੈ, ਬਿਹਾਰ ਤੋਂ ਲੋਕ, ਯੂਪੀ ਤੋਂ ਲੋਕ, ਰਾਜਸਥਾਨ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਿੱਤ ਪਹੁੰਚ ਰਹੇ ਨੇ ਜੀ। ਹੁਣ ਮੈਂ ਇਹ ਸਮਝਦਾ ਕਿ ਆਖਰ ਦੇ ਵਿੱਚ ਜਾ ਕੇ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਆ ਉਹਨੂੰ ਝੁਕਣਾ ਪੈਣਾ। ਇਹ ਬਿੱਲ ਹੈ ਜਿਹੜੇ ਵਾਪਸ ਲੈਣੇ ਪੈਣੇ ਆ, ਪਰ ਇੱਕ ਨਵੀਂ ਜਿਹੜੀ ਕ੍ਰਾਂਤੀ ਵਾਲੀ ਗੱਲ ਆ ਉੱਥੇ ਸ਼ੁਰੂਆਤ ਹੋ ਰਹੀ ਹੈ। ਜਿਹੜੀ ਗੱਲ ਤੋਂ ਅਸੀਂ ਇੱਥੋਂ ਬੈਠੇ ਸਾਡੇ ਬੱਚਿਆਂ ਨੂੰ ਲਿਜਾਣ ਤੋਂ ਭਾਰਤ ਦੇ ਵਿੱਚ ਇਹ ਗੱਲ ਮਹਿਸੂਸ ਕਰਦੇ ਸੀ ਕਿ ਗੁੰਡਾਗਰਦੀ ਬਹੁਤ ਵੱਧ ਚੁੱਕੀ ਹੈ, ਡਰੱਗ ਬਹੁਤ ਵੱਧ ਚੁੱਕੀ ਹੈ। ਸੋ ਉਹਦੇ 'ਤੇ ਬੜਾ ਵੱਡਾ ਅਸਰ ਪਊਗਾ ਜੀ। ਭਾਈਚਾਰਾ ਬਹੁਤ ਨੇੜੇ ਹੋ ਰਿਹਾ, ਜੁੜ ਰਿਹਾ, ਲੋਕ ਜਾਤਾਂ ਪਾਤਾਂ ਤੋਂ ਉੱਠ ਰਹੇ ਨੇ। ਸੋ ਅਸੀਂ ਵੀ ਇਹ ਚਾਹੁੰਦੇ ਹਾਂ ਕਿ ਇਸ ਕਿਸਮ ਦੀ ਇੱਕ ਕ੍ਰਾਂਤੀ ਆਵੇ ਤਾਂ ਕਿ ਅਸੀਂ
ਖੁੱਲ੍ਹ ਕੇ ਜਿਹੜੇ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਜੰਮੇ ਆ ਸਾਡੇ ਬੱਚੇ ਜਾ ਕੇ ਸਾਡੇ ਉਸ ਥਾਵਾਂ ਨੂੰ ਦੇਖ ਸਕਣ। ਦੇਖੋ ਜੀ, ਇਨੀਸ਼ੀਅਲੀ ਤਾਂ ਸਰਕਾਰ ਕੋਈ ਸੋਧ ਕਰਨ ਨੂੰ ਵੀ ਤਿਆਰ ਨਹੀਂ ਸੀਗੀ। ਉਹਨਾਂ ਨੇ ਅਮੈਂਡਮੈਂਟ ਕਰਨ ਤੋਂ ਵੀ ਨਾ ਕਰ ਦਿੱਤੀ ਸੀ ਕਿ ਅਸੀਂ ਜੋ ਕਿ ਕੁਝ ਵੀ ਨਹੀਂ ਕਰਨਾ। ਜਿੱਦਾਂ ਕਿ ਇੱਕ ਬਿੱਲ ਦੇ ਵਿੱਚ ਹੈਗੀ ਹੈ MSP, ਉਹ ਮੰਨਣ ਨੂੰ ਤਿਆਰ ਨਹੀਂ ਸੀਗੇ। ਲੇਕਿਨ ਜਦੋਂ ਦੁਨੀਆ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਹੋਏ ਆ, ਦਿੱਲੀ ਦੇ ਵਿੱਚ ਪ੍ਰੋਟੈਸਟ ਹੋਏ ਆ, ਤਾਂ ਉਸ ਤੋਂ ਬਾਅਦ ਉਹ ਇੱਕ ਉਹਨਾਂ ਨੇ ਕਹਿਤਾ ਜੇ ਕਿ ਅਸੀਂ ਕਰ ਦਿਆਂਗੇ ਜੀ, ਅਮੈਂਡਮੈਂਟ ਕਰ ਦਿਆਂਗੇ। ਲੇਕਿਨ ਜੋ ਹਿਸਟਰੀ ਰਹੀ ਹੈ ਮੋਦੀ ਗੌਰਮੈਂਟ ਦੀ ਪਿਛਲੇ ਕੁਛ ਕੁ ਸਾਲਾਂ ਤੋਂ, ਉਹਨੂੰ ਦੇਖਦੇ ਹੋਏ ਸਾਡਾ ਉਸ ਗੌਰਮੈਂਟ ਦੇ ਉੱਪਰ ਕੋਈ ਵੀ ਭਰੋਸਾ ਨਹੀਂ ਹੈਗਾ ਕਿ ਉਹ ਕੁਛ ਕਰੇਗੀ ਕਿ ਨਹੀਂ ਕਰੇਗੀ। ਇਸ ਕਰਕੇ ਸਾਡੇ ਜਿਹੜੇ ਕਿਸਾਨ ਵੀਰ ਹੈ ਉਹਨਾਂ ਨੂੰ ਸਰਕਾਰ ਦੇ ਉੱਪਰ ਬਿਲਕੁਲ ਵੀ ਭਰੋਸਾ ਨਹੀਂ ਹੈਗਾ। ਉਹ ਇਹ ਚਾਹੁੰਦੇ ਆ ਕਿ ਇਹ ਬਿੱਲ ਕੈਂਸਲ ਕੀਤੇ ਜਾਣ ਤੇ ਨਵੇਂ ਬਿੱਲ ਲਿਆਂਦੇ ਜਾਣ, ਜਿਹਦੇ ਵਿੱਚ ਲਿਆਉਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨੂੰ ਵਿੱਚ ਬਿਠਾਇਆ ਜਾਵੇ, ਉਹਨਾਂ ਨਾਲ ਵਿਚਾਰ ਵਿਮਰਸ਼ ਕੀਤਾ ਜਾਵੇ। ਜਿਹੜੀ ਮੋਦੀ ਗੌਰਮੈਂਟ ਆ ਉਹ ਇਸ ਪ੍ਰੋਟੈਸਟ ਨੂੰ ਗਲਤ ਤਰੀਕੇ ਦੀ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਇਹ ਪ੍ਰੋਟੈਸਟ ਕਿਸੇ ਗਲਤ ਪਾਸੇ ਜਾਏਗਾ। ਸਾਡੇ ਬਜ਼ੁਰਗ, ਸਾਡੇ ਜਵਾਨ ਇਕੱਠੇ ਹੋ ਕੇ, ਸਾਨੂੰ ਬਹੁਤ ਲੋਕਲ ਸਪੋਰਟ ਮਿਲ ਰਹੀ ਹੈ ਜੀ। ਸਾਡੇ ਲੋਕਲ ਸਾਰੇ ਸਿੰਗਰ ਸਪੋਰਟ ਕਰ ਰਹੇ ਆ ਜੀ। ਦੇਖੋ ਇੰਟਰਨੈਸ਼ਨਲ ਲੈਵਲ ਦੇ ਉੱਪਰ ਜਾ ਕੇ ਤੇ ਅੱਜ ਜਿਹੜਾ ਮੀਡੀਆ ਨੇ ਜਾਂ ਸੋਸ਼ਲ ਮੀਡੀਆ ਨੇ ਇਸ ਪਲੇਟਫਾਰਮ ਨੂੰ ਟਰੈਕਟਰ ਟੂ ਟਵਿੱਟਰ ਕਰਤਾ ਨਾ ਜੀ, ਉਹ ਬਹੁਤ ਤਾਕਤ ਹੈ ਜੀ। ਜਿਹੜੀ ਟਵਿੱਟਰ ਆ ਉਹਦੀ ਬਹੁਤ ਤਾਕਤ ਆ। ਵੀਰ ਜੀ ਤੁਸੀਂ ਦੇਖੋ, ਆਪਾਂ ਜਿਹੜੇ ਆਪਣੇ ਭਰਾ ਬੈਠੇ, ਅੱਧੀ ਜੰਗ ਤਾਂ ਉਹ ਜਿੱਤ ਚੁੱਕੇ ਆ। ਸਰਕਾਰ ਹੁਣ ਘਬਰਾਈ ਹੋਈ ਆ, ਦੇ ਆਰ ਕਨਫਿਊਜ਼ਡ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਉਹ ਕੀ ਕਰਨ ਤੇ ਕੀ ਨਾ ਕਰਨ। ਕੱਲ ਪਰਸੋਂ ਦੀ ਗੱਲ ਆ, ਮੈਂ ਰਾਜੇਵਾਲ ਸਾਹਿਬ ਦਾ, ਜਿਹੜੇ ਭਾਰਤੀ ਕਿਸਾਨ ਯੂਨੀਅਨ ਦੇ ਮੈਂਬਰ ਆ, ਉਹਨਾਂ ਦਾ ਇੱਕ ਬਿਆਨ ਸੁਣਿਆ ਸੀ। ਉਹਨਾਂ ਨੇ ਦੱਸਿਆ ਵੀ ਹੁਣ ਸਰਕਾਰ ਉਹਨਾਂ ਦੀਆਂ ਸਾਰੀਆਂ ਮੰਗਾਂ ਜਿਹੜੀਆਂ ਹੈਗੀਆਂ ਅਮੈਂਡ ਕਰਨ ਨੂੰ ਤਿਆਰ ਆ, ਪਰ ਉਹ ਕਹਿੰਦੇ ਵੀ ਇਹ ਸ਼ਰਾਰਤਾਂ ਕਰਨੋਂ ਨਹੀਂ ਹਟਦੇ। ਅਮੈਂਡ ਕਰ ਰਹੇ ਆ, ਕਾਨੂੰਨ ਵਾਪਸ ਨਹੀਂ ਲੈ ਰਹੇ। ਉਹਦਾ ਰੀਜ਼ਨ ਆ ਵੀ ਜੇ ਉਹ ਕਾਨੂੰਨ ਵਾਪਸ ਲੈਂਦੇ ਆ, ਕੱਲ ਨੂੰ ਮਜ਼ਦੂਰ ਅੱਗੇ ਆ ਜਾਣਗੇ, ਫਿਰ ਮਜ਼ਦੂਰ ਤੋਂ ਬਾਅਦ EVM ਵਾਲੇ ਅੱਗੇ ਆ ਜਾਣਗੇ। ਸੋ ਮੈਨੀ ਥਿੰਗਸ। ਸਰਕਾਰ ਤੇ ਇੰਨਾ ਪ੍ਰੈਸ਼ਰ ਪੈ ਰਿਹਾ, ਸਰਕਾਰ ਗਿਰ ਵੀ ਸਕਦੀ ਆ। ਜਿੱਦਾਂ ਪਹਿਲਾਂ BJP ਵਾਲੇ ਕਹਿੰਦੇ ਹੁੰਦੇ ਸੀ ਸਰਦਾਰ ਮਨਮੋਹਨ ਸਿੰਘ ਸੋਨੀਆ ਗਾਂਧੀ ਦਾ ਇੱਕ ਕਠਪੁਤਲੀ ਆ, ਪਰ ਹੁਣ ਕੀ ਆਖਿਆ ਜਾਵੇ ਮੋਦੀ ਸਾਹਿਬ ਨੂੰ। ਇਹ ਅਵਾਨੀ ਤੇ ਅਡਾਨੀ ਦਾ ਇੱਕ ਪਾਲਤੂ ਨਿਕਲਿਆ। ਮੈਂ ਲਫ਼ਜ਼ ਯੂਜ਼ ਨਹੀਂ ਕਰਨਾ ਚਾਹੁੰਦਾ, ਤੁਸੀਂ ਆਪੇ ਸਮਝ ਜੂਗੇ। ਮਤਲਬ ਹੁਣ ਉਹਨਾਂ ਦਾ ਇੱਕ ਪਾਲਤੂ ਜਾਨਵਰ ਸਮਝ ਗਿਆ। ਇੰਡੀਆ ਦੇ ਵਿੱਚ ਸਾਡੇ ਕਿਸਾਨ ਭੈਣ ਭਰਾ ਕਿੰਨੀ ਦੇਰ ਤੋਂ ਬਾਹਰ ਠੰਡ ਦੇ ਵਿੱਚ ਬੈਠੇ ਆਪਣਾ ਅੰਦੋਲਨ ਕਰ ਰਹੇ ਹੈ, ਆਪਣਾ ਸ਼ਾਂਤੀਪੂਰਵਕ ਅੰਦੋਲਨ ਕਰ ਰਹੇ ਹੈ। ਅਸੀਂ ਇਹੀ ਅੱਜ ਦਿਖਾਉਣਾ ਚਾਹੁੰਦੇ ਹਾਂ ਵੀ ਅਸੀਂ ਉਹਨਾਂ ਦੇ ਨਾਲ ਹੈ। ਜਿੰਨਾ ਸਾਡੇ ਤੋਂ ਬਣ ਸਕਦਾ ਹੈ ਅਸੀਂ ਆਪਦੇ ਵੱਲੋਂ ਆਪਦੇ ਭੈਣਾਂ ਭਰਾਵਾਂ ਨੂੰ ਉੱਥੇ ਸੁਨੇਹਾ ਭੇਜਣਾ ਚਾਹੁੰਦੇ ਹਾਂ ਵੀ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਉਹ ਇਕੱਲੇ ਨਹੀਂ ਇਸ ਸੰਘਰਸ਼ ਦੇ ਵਿੱਚ। ਅਸੀਂ ਪੂਰੀ ਤਰ੍ਹਾਂ ਨਾਲ ਹਰ ਤਰੀਕੇ ਦੇ ਨਾਲ ਉਹਨਾਂ ਦਾ ਸਾਥ ਦੇ ਰਹੇ ਹਾਂ। ਜਿਹੜੀਆਂ ਮੰਗਾਂ ਵਾਸਤੇ ਉਹ ਇਕੱਠੇ ਹੋਏ ਨੇ, ਜਿਹੜੇ ਬਿੱਲ ਆ ਕਿਸਾਨਾਂ ਦੇ, ਉਹ ਤਿੰਨੇ ਬਿੱਲ ਜਿਹੜੇ ਕਿ ਐਂਟੀ ਕਿਸਾਨ ਨੇ, ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇ ਤੇ ਉਹ ਵਿਚਾਰੇ ਸਾਰੇ ਆਪੋ ਆਪਣੇ ਘਰਾਂ ਨੂੰ ਜਾਣ। ਸੋ ਇੱਥੇ ਬਰੈਂਪਟਨ ਦੇ ਵਿੱਚ ਅਸੀਂ ਸਾਰਿਆਂ ਨੇ ਇਹੀ ਉਪਰਾਲਾ ਕੀਤਾ ਆ ਕਿ ਅਸੀਂ ਉਹਨਾਂ ਦੀ ਆਵਾਜ਼ ਬਣੀਏ। ਇਸ ਤੋਂ ਇਲਾਵਾ ਮੈਂ ਪ੍ਰਵਾਸੀ ਦੀ ਜਿਹੜਾ TV ਔਰ ਸੈਣੀ ਸਾਹਿਬ ਦਾ ਪਰਸਨਲੀ ਜਿਹੜਾ ਮੈਂ ਸ਼ੁਕਰ ਕਰਨਾ ਚਾਹੁੰਦਾ, ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਵੀ ਜਿਨ੍ਹਾਂ ਨੇ ਸਾਡੇ ਨਾਲ ਇੱਥੇ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਸਾਡਾ ਉਹਨਾਂ ਨੇ ਸਾਥ ਦਿੱਤਾ ਹੈ। ਤੇ ਇਹ ਜਿਹੜਾ ਫਾਰਮਰਸ ਜਿਹੜਾ ਲਾਅ ਹੈਗਾ, ਇਹਦੇ ਅਗੇਂਸਟ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਹਾਂ। ਤੇ ਮੈਂ ਚਾਹੁੰਦਾ ਕਿ ਵੀ ਕੈਨੇਡਾ ਦੇ ਵਿੱਚ ਜਿੱਥੇ ਵੀ ਲੋਕ ਆਪਣਾ ਹਿੱਸਾ ਪਾ ਸਕਦੇ ਨੇ, ਅਸੀਂ ਆਪਣਾ ਹਿੱਸਾ ਜ਼ਰੂਰ ਪਾਈਏ। ਇਸ ਮੌਕੇ ਤੇ ਨਾਹਰ ਸਿੰਘ ਔਜਲਾ, ਲਖਵਿੰਦਰ ਸਿੰਘ, ਰਾਜ ਚਾਹਲ, ਸੁਨੰਨਾ ਕਪਿਲ, ਵਿਕਰਮ ਪੁੱਟਰ ਅਤੇ ਜਸਵਿੰਦਰ ਕਾਲਰਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਭਾਰਤ ਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕਾਨੂੰਨ ਰੱਦ ਨਾ ਕੀਤੇ ਤਾਂ ਭਾਰਤ ਸਰਕਾਰ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।